ਮੈਂ ਹੁਣ ਜੌਬ ਨਹੀਂ ਕਰ ਸਕਦੀ, ਮੈਨੂੰ ਇਹ ਕੰਮ ਕਰਦੇ ਹੋਏ 14 ਸਾਲ ਹੋ ਗਏ, ਹੁਣ ਮੈਂ ਜੌਬ ਨਹੀਂ ਕਰ ਸਕਦੀ। ਜਦੋਂ ਮੈਂ ਇਸ ਬਿਜ਼ਨਸ ਨੂੰ ਫੜਿਆ ਸੀ ਤੇ ਬਾਹਰ ਕਈ ਲੋਕਾਂ ਨੇ ਇੱਕ ਬੈਟਸ ਲਾਈਆਂ ਹੋਈਆਂ ਸੀ ਕਿ ਸਾਂਝਾ ਚੁੱਲ੍ਹਾ ਹੁਣ ਬੰਦ ਹੋ ਜਾਏਗਾ। ਅੱਜ 15ਵਾਂ ਸਾਲ ਮੈਨੂੰ ਚੱਲਦਾ ਪਿਆ, ਮੈਂ ਉਹ ਕਰਕੇ ਦਿਖਾਇਆ ਕਿ ਬੰਦ ਨਹੀਂ ਹੋਇਆ, ਸ਼ਟਲ ਖੁੱਲਦੇ ਆ। ਜਦੋਂ ਕਸਟਮਰ ਨੇ ਅੱਗੋਂ ਕਹਿਣਾ ਬੇਟਾ ਕਮਾਲ ਹੈ, ਤੂੰ ਸਾਂਭ ਲਿਆ ਸਾਰਾ, ਤੇ ਉਹ ਜਿਹੜੀ ਉਹਨਾਂ ਨੇ ਜ਼ਰਾ ਜੀ ਤਾਰੀਫ ਕਰਨੀ, ਉਹ ਹਰ ਵਰਡ ਮੇਰੇ ਲਈ ਇੰਨਾ ਐਨਕਰੇਜਿੰਗ ਹੁੰਦਾ ਸੀ। ਮੇਰੇ ਮੰਮਾ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ। ਮੇਰੇ ਮੰਮਾ ਕਹਿੰਦੇ ਸੀ ਬੇਟਾ ਪੈਸੇ ਪਿੱਛੇ ਬਹੁਤ ਹੈ, ਪਾਪਾ ਕਾਫੀ ਕੁਝ ਛੱਡ ਗਏ, ਲੇਕਿਨ ਬਹਿ ਕੇ ਖਾਂਦੇ ਖਾਂਦੇ ਖੂਹ ਵੀ ਖਾਲੀ ਹੋ ਜਾਂਦਾ। ਮੈਂ ਜਦੋਂ ਇਹ ਬਿਜ਼ਨਸ ਫੜਿਆ ਤਾਂ ਮੈਂ ਕੁਝ ਵੀ ਨਹੀਂ ਸੀ, ਮੈਂ ਇੱਕ ਫਾਈਨੈਂਸ ਬੈਕਗ੍ਰਾਉਂਡ ਪੜ੍ਹੀ ਹੋਈ ਕੁੜੀ ਸੀ। ਇਹ ਮੇਰਾ ਸਟਾਫ ਹੀ ਹੈ ਨਾ, ਜਿਹਨੇ ਕੁੱਕ ਕੀਤਾ, ਜਿਹਨੇ ਮੈਨੂੰ ਪਿੱਛੋਂ ਸਪੋਰਟ ਕੀਤੀ। ਸਤਿ ਸ਼੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਚੰਦਨ। ਆਪਣੇ ਪੈਰਾਂ ਤੇ ਖੜਾ ਹੋਣਾ ਸੌਖਾ ਨਹੀਂ ਹੁੰਦਾ। ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਹੋਇਆਂ ਹੀ ਆਪਣੀ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ, ਤੇ ਉਦੋਂ ਤਾਂ ਬਿਲਕੁਲ ਹੀ ਸੌਖਾ ਨਹੀਂ ਹੁੰਦਾ ਜਦੋਂ ਤੁਹਾਡੇ ਉੱਪਰ ਘਰਦਿਆਂ ਦੀ ਜ਼ਿੰਮੇਵਾਰੀ ਵੀ ਹੋਵੇ, ਮਾਂ-ਬਾਪ ਦੀ ਜ਼ਿੰਮੇਵਾਰੀ ਵੀ ਹੋਵੇ, ਬੱਚਿਆਂ ਦੀ ਵੀ ਤੇ ਆਪਣੀ ਖੁਦ ਦੀ ਵੀ। ਹਰ ਕਿਸੇ ਦੇ ਖੁਸ਼ੀ ਦਾ ਧਿਆਨ ਰੱਖਣ ਦੇ ਨਾਲ ਆਪਣੇ ਸੁਪਨਿਆਂ ਵੱਲ ਵਧਣਾ ਇੱਕ ਬਹੁਤ ਵੱਡੀ ਕਾਮਯਾਬੀ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇਸ ਕਾਮਯਾਬੀ ਨੂੰ ਸੱਚ ਕਰ ਵਿਖਾਇਆ। ਮੇਰੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਆਪਣਾ ਘਰ-ਬਾਰ ਵੀ ਸੰਭਿਆ, ਆਪਣੇ ਬੱਚੇ ਵੀ ਸੰਭਾਲੇ, ਆਪਣੇ ਆਪ ਨੂੰ ਵੀ ਸੰਭਾਲਿਆ, ਤੇ ਇਕੱਲੇ ਹੀ ਇੱਕ ਅਜਿਹਾ ਬਿਜ਼ਨਸ ਚਲਾਇਆ ਜੋ ਸ਼ਾਇਦ ਇੱਕ ਵੂਮਨ ਜਿਹੜੀ ਹੈ ਉਹ ਉਸ ਜ਼ਮਾਨੇ ਵਿੱਚ ਨਹੀਂ ਸੀ ਚਲਾ ਸਕਦੀ, ਜਿਸ ਜ਼ਮਾਨੇ ਵਿੱਚ ਇਹਨਾਂ ਨੇ ਇਹ ਚੀਜ਼ ਕਰਕੇ ਵਿਖਾਈ ਹੈ। ਮੇਰੇ ਨਾਲ ਸਪਨਾ ਮਲਹੋਤਰਾ ਮੌਜੂਦ ਨੇ, ਜੋ ਕਿ ਜਲੰਧਰ ਦੇ ਵਿੱਚ ਬੇਸ ਇੱਕ ਰੈਸਟੋਰੈਂਟ ਚਲਾਉਂਦੇ ਨੇ, ਸਾਂਝਾ ਚੁੱਲ੍ਹਾ। ਆਪਾਂ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਸਵਾਗਤ ਕਰਦੇ ਹਾਂ ਮੈਮ, ਬਹੁਤ ਸਵਾਗਤ ਹੈ। ਥੈਂਕ ਯੂ ਚੰਦਨ, ਥੈਂਕ ਯੂ ਸੋ ਮਚ। ਤੇ ਮੈਮ, ਜਿਵੇਂ ਕਿ ਮੈਂ ਗੱਲ ਕਰਦੀ ਪਈ ਸੀ ਕਿ ਉਸ ਟਾਈਮ 'ਤੇ ਜਦੋਂ ਤੁਸੀਂ ਇਹ ਕਾਰੋਬਾਰ ਸੰਭਾਲਿਆ, ਉਦੋਂ ਇਹ ਸੌਖਾ ਨਹੀਂ ਸੀਗਾ, ਤੇ ਸ਼ੁਰੂਆਤ ਇਸ ਦੀ ਕਿਵੇਂ ਹੁੰਦੀ ਹੈ? ਸ਼ੁਰੂਆਤ ਜਿਹੜੀ ਇਹਦੀ ਹੋਈ ਉਹ ਤਾਂ ਥੋੜ੍ਹੀ ਜਿਹੀ ਮੇਰੇ ਲਈ ਟਫ ਸੀਗੀ। ਰੀਜ਼ਨ ਬੀਇੰਗ ਕਿ ਆਲਦੋ ਪੇਰੈਂਟਸ ਨੇ ਪੜ੍ਹਾਇਆ ਬਹੁਤ, ਅਤੇ ਮੇਰੇ ਖਿਆਲ ਹੈ ਪੜ੍ਹਾਈ ਹੈ ਜਿਹੜਾ ਬੇਸ ਬਣੀ ਮੈਂ ਕਰ ਸਕੀ ਹਾਂ। ਮੇਰੇ ਫਾਦਰ ਅਨਫੋਰਚੂਨੇਟਲੀ 2008 ਨਵੰਬਰ ਦੇ ਵਿੱਚ ਐਕਸਪਾਇਰ ਹੋ ਗਏ, ਅਤੇ ਉਹਦੇ ਬਾਅਦ ਆਈ ਹੈਵ ਟੂ ਮੈਨੇਜ, ਮੈਨੂੰ ਇਹ ਕਰਨਾ ਸੀ ਬਿਜ਼ਨਸ, ਅਤੇ ਮੇਰੇ ਮਦਰ ਨਾਲ ਸੀ, ਉਹਨਾਂ ਨੂੰ ਪੂਰੀ ਨੌਲੇਜ ਸੀ, ਉਹ ਵੀ ਮੇਰੇ ਲਈ ਬਹੁਤ ਬੜਾ ਸਪੋਰਟ ਰਹੀ ਕਿਉਂਕਿ ਉਹਨਾਂ ਨੂੰ ਸਾਰੇ ਸਪਾਈਸਿਸ ਔਰ ਇਹ ਸਾਰਾ ਕੁਝ ਪਤਾ ਸੀ। ਅਤੇ ਉਹਨਾਂ ਨੇ ਮੈਨੂੰ ਜਦੋਂ ਮੈਂ ਬਿਜ਼ਨਸ ਸੰਭਿਆ, ਦੈਟ ਟਾਈਮ ਆਈ ਵਾਜ਼ ਵਰਕਿੰਗ ਵਿਦ ਦ ਬੈਂਕ। ਆਈ ਐਮ ਫਰੋਮ ਫਾਈਨੈਂਸ ਬੈਕਗਰਾਊਂਡ ਐਂਡ ਆਈ ਵਾਜ਼ ਵਰਕਿੰਗ ਵਿਦ ਦ ਬੈਂਕ। ਅਤੇ ਉਸ ਵੇਲੇ ਮੈਨੂੰ ਇੱਦਾਂ ਲੱਗਾ, ਮੰਮੀ ਨੇ ਕਿਹਾ ਕਿ ਹੁਣ ਸਾਨੂੰ ਇਹ ਬਿਜ਼ਨਸ ਸਾਂਭਣਾ ਹੈ, ਅਤੇ ਮੈਨੂੰ ਲੱਗਾ ਕਿ ਮੇਰੇ ਲਈ ਇਹ ਥੋੜ੍ਹਾ ਟਫ ਵੀ ਹੈ, ਪਲੱਸ ਥੋੜ੍ਹਾ ਜਿਹਾ ਕੈਜੂਅਲ ਜਿਹਾ ਐਟਮੋਸਫੀਅਰ, ਜਿੱਦਾਂ ਬੈਂਕ ਦੇ ਵਿੱਚ ਇੱਕ ਆਪਣੀ ਰੂਟੀਨ ਸੀ, ਪ੍ਰੋਪਰ ਰੈਡੀ ਹੋਣਾ ਔਰ ਸਭ। ਇੱਥੇ ਮਤਲਬ ਆਪਾਂ ਬਿਜ਼ਨਸ ਹੈ ਅਤੇ ਆਪਾਂ ਉਹਨੇ ਡਿਸਿਪਲਿਨ ਦੇ ਵਿੱਚ ਨਹੀਂ ਰਹਿੰਦੇ, ਲੇਕਿਨ ਵਰਕਿੰਗ ਰੂਟੀਨ ਬਹੁਤ ਟਫ ਸੀ, ਔਰ ਸੈਟ ਟਾਈਮਿੰਗਸ ਨਹੀਂ ਸੀ, ਓਵਰਨਾਈਟ ਕੰਮ ਇਹ ਸਭ ਸੀ, ਬਟ ਸਮਹਾਓ ਕੀਤਾ। ਲੇਕਿਨ ਉਸ ਟਾਈਮ ਕਸਟਮਰ ਨੂੰ ਫੇਸ ਕਰਨਾ ਵੀ ਇੱਕ ਚੈਲੰਜ ਸੀ ਇਨੀਸ਼ੀਅਲੀ, ਦੈਟ ਟਾਈਮ ਰੇਅਰਲੀ ਆਈ ਹੈਵ ਸੀਨ ਐਨੀ ਵੂਮਨ ਜਿਹੜੀ ਕਾਊਂਟਰ 'ਤੇ ਖੜੀ ਹੈ ਅਤੇ ਖੜੇ ਹੋ ਕੇ ਕਸਟਮਰਸ ਨਾਲ, ਐਂਡ ਦੈਟ ਟੂ ਔਨ ਅ ਨੋਨ ਵੈਜ ਕਾਊਂਟਰ, ਵੈਨ ਦ ਫੁੱਟਫਾਲ ਇਜ਼ ਮੋਰ ਆਫ ਮੈਨਸ ਐਂਡ ਦੈਟ ਟੂ every type of men's, but somehow by the time when I see कि नहीं ਅੱਗੇ ਖੜੇ ਕਰਕੇ ਮੈਨੇਜਰਸ ਨੂੰ ਥੋੜ੍ਹਾ ਸਫਰ ਹੋ ਰਿਹਾ ਹੈ ਨਾ ਇਨਵੋਲਵ ਹੋ ਕੇ, ਤਾਂ ਫਿਰ ਮੈਂ ਆਈ, ਔਰ ਜਦੋਂ ਆ ਗਏ, ਔਰ ਇਟਸ ਨਾਟ ਓਨਲੀ ਮੀ, ਮਤਲਬ ਮੇਰੇ ਅਕੇਲੇ ਦੇ ਨਾਲ ਹੀ ਨਹੀਂ ਪੋਸੀਬਲ ਹੋਇਆ, ਓਨਾ ਹੀ ਸਪੋਰਟ ਸਾਹਮਣਿਓਂ ਕਸਟਮਰਸ ਵੱਲੋਂ ਵੀ ਮਿਲੀ। ਅੱਛਾ। ਜਦੋਂ ਵੀ ਕਿਸੇ ਕਸਟਮਰ ਨੇ ਕਾਊਂਟਰ 'ਤੇ ਮੈਨੂੰ ਖੜੇ ਹੋ ਕੇ ਕੰਮ ਕਰਦੇ ਵੇਖਣਾ, ਅਤੇ ਉਦੋਂ ਮੇਰੀ ਆਵਾਜ਼ ਵੀ ਠੀਕ ਠਾਕ ਥੋੜ੍ਹੀ ਦਬੀ, ਥੋੜ੍ਹੀ ਡਰੀ, ਲੇਕਿਨ ਜਦੋਂ ਕਸਟਮਰ ਨੇ ਅੱਗੋਂ ਕਹਿਣਾ ਬੇਟਾ ਕਮਾਲ ਹੈ, ਤੂੰ ਸਾਂਭ ਲਿਆ ਸਾਰਾ, ਅਤੇ ਉਹ ਜਿਹੜੀ ਉਹਨਾਂ ਨੇ ਜ਼ਰਾ ਜੀ ਤਾਰੀਫ ਕਰਨੀ, ਉਹ ਹਰ ਵਰਡ ਮੇਰੇ ਲਈ ਇੰਨਾ ਐਨਕਰੇਜਿੰਗ ਹੁੰਦਾ ਸੀ ਕਿ ਆਈ ਸੈਡ ਨੋ, ਆਈ ਕੈਨ ਡੂ ਇਟ। ਤੋ ਐਵਰੀ ਟਾਈਮ ਮਤਲਬ ਮੈਂ ਕਹਾਂਗੀ ਕਿ ਜੇ 40% ਕੰਟਰੀਬਿਊਸ਼ਨ ਇਹ ਕੰਮ ਕਰਨ ਦਾ ਮੇਰਾ ਸੀ, ਇੱਕ ਬੀੜਾ, ਉਹਨੂੰ ਸਫਲ ਮੇਰੇ ਕਸਟਮਰਸ ਨੇ ਬਣਾਇਆ, ਸਪੋਰਟ ਕੀਤਾ। ਜਿੰਨੇ ਅੱਛੇ ਕਸਟਮਰ ਸੀ ਸਾਰੇ ਕਹਿ ਕੇ ਐਪਰੀਸ਼ੀਏਟ ਕਰਕੇ ਜਾਂਦੇ ਸੀ। ਫਿਰ ਬਾਏ ਦਾ ਟਾਈਮ ਉਸ ਟਾਈਮ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਾਡਾ ਨੋਨ ਵੈਜ
ਤਾਂ ਮੋਰ ਵੀ ਆਰ ਮੂਵਿੰਗ ਟੂ ਨਾਨ ਵੈਜ। ਅਤੇ ਇੱਥੇ ਇੱਕ ਮਾਈਂਡ ਸੈਟਅਪ ਸੀ 2009 ਦੇ ਵਿੱਚ ਕਿ ਮੇਲ ਮੈਂਬਰਸ ਜ਼ਿਆਦਾ ਆਉਂਦੇ ਸੀ ਅਤੇ ਗੱਡੀਆਂ ਵੀ ਉਸ ਟਾਈਪ ਦੀਆਂ ਮਤਲਬ ਲੱਗਦੀਆਂ ਸੀ। ਲੇਕਿਨ ਵੈਨ ਦੇ ਵਾਚ ਦੈਟ ਅ ਗਰਲ, ਇੱਕ ਕੁੜੀ ਮਤਲਬ ਖੜੇ ਹੋ ਕੇ ਕਾਊਂਟਰ ਰਨ ਕਰ ਰਹੀ ਹੈ, ਤਾਂ ਫਿਰ ਉਹਨਾਂ ਨੇ ਆਪਣੇ ਘਰ ਦੀਆਂ ਨੂੰਹਾਂ ਧੀਆਂ ਨੂੰ ਭੇਜਣਾ ਸ਼ੁਰੂ ਕੀਤਾ ਆਰਡਰ ਲੈਣ ਵਾਸਤੇ। ਉਹ ਆਉਂਦੇ ਸੀ, ਬੜਾ ਕੰਫਰਟੇਬਲ ਫੀਲ ਕਰਦੇ ਸੀ, ਗੱਲ ਕਰਦੇ ਸੀ, ਬੜੇ ਬੂਸਟਅਪ ਹੋ ਕੇ ਜਾਂਦੇ ਸੀ ਅਤੇ ਮੈਨੂੰ ਚੰਗਾ ਲੱਗਦਾ ਸੀ। ਅਤੇ ਉਸ ਚੀਜ਼ ਨੇ ਮਤਲਬ ਮੈਨੂੰ ਨਾ ਮਤਲਬ ਜੇ ਥੋੜ੍ਹੀ ਜਿਹੀ ਕਿਤੇ ਹਿੱਚ ਸੀਗੀ ਵੀ ਅਤੇ ਜਿਹੜੇ ਕਸਟਮਰ ਤਾਰੀਫ ਕਰ ਜਾਂਦੇ ਸੀ ਉਹ ਹਟ ਜਾਂਦੀ। ਧੀਰੇ ਧੀਰੇ ਕਰਦੇ ਕਰਦੇ ਟੁਡੇ ਇਜ਼ ਦਾ ਟਾਈਮ ਦੈਟ ਆਈ ਐਮ ਰਨਿੰਗ ਇਨ ਅ ਪ੍ਰੀਟੀ ਵੈਲ ਵੇ। ਔਰ ਹੁਣ ਤਾਂ ਬਹੁਤ ਫੀਮੇਲਸ ਅੱਗੇ ਆ ਰਹੀਆਂ ਹੈ। ਮੇਰੇ ਖਿਆਲ ਮੈਨਸ ਤੋਂ ਜ਼ਿਆਦਾ ਫੀਮੇਲਸ ਜਿਹੜੀਆਂ ਹੈ ਉਹ ਨੋ ਡਾਊਟ 2009 ਤੋਂ ਪਹਿਲਾਂ ਵੀ ਫੀਮੇਲਸ ਦਾ ਰੋਲ ਬਹੁਤ ਜ਼ਿਆਦਾ ਸੀ। ਪੀਜ਼ਾ ਹਟ ਲਾ ਲਓ ਕਿ ਉਹ ਇੱਕ ਫੀਮੇਲ ਦਾ ਗਰੁੱਪ ਹੈ, ਠੀਕ ਹੈ, ਲੇਕਿਨ ਉਹ ਮਤਲਬ ਸਾਹਮਣੇ ਨਹੀਂ ਸੀ, ਪਿੱਛੇ ਸੀ। ਹੁਣ ਸਾਹਮਣੇ ਦੇਖ ਕੇ ਸਾਰੇ ਕਰ ਰਹੇ ਨੇ ਔਰ ਮੈਨੂੰ ਬਹੁਤ ਵਧੀਆ ਲੱਗਦਾ ਹੈ। ਕਰਨਾ ਵੀ ਚਾਹੀਦਾ ਹੈ। ਆਪਣਾ ਬਿਜ਼ਨਸ ਜਿਹੜਾ ਹੈ ਉਹਦੀ ਕੋਈ ਰੀਸ ਨਹੀਂ ਹੈ। ਆਪਣੇ ਬਿਜ਼ਨਸ ਵਿੱਚ ਸਾਡੀ ਆਪਣੀ ਇੰਡੀਪੈਂਡੈਂਸ ਹੈ, ਤੁਹਾਡੇ ਆਪਣੇ ਹੱਥ 'ਚ ਹੈ ਤੁਹਾਡੀ ਗਰੋਥ। ਵੈਨ ਯੂ ਡੂ ਯੂਅਰ ਓਨ ਬਿਜ਼ਨਸ, ਤੁਸੀਂ ਜਦੋਂ ਆਪਣਾ ਕੰਮ ਕਰਦੇ ਹੋ ਤਾਂ ਤੁਹਾਡੀ ਤਰੱਕੀ, ਤੁਹਾਡੀ ਗਰੋਥ ਜਿਹੜੀ ਹੈ ਉਹ ਤੁਹਾਡੇ ਆਪਣੇ ਹੱਥ 'ਚ ਹੁੰਦੀ ਹੈ। ਕਿੰਨਾ ਤੁਸੀਂ ਇਨਪੁਟ ਪਾਓਗੇ ਓਨਾ ਹੀ ਤੁਸੀਂ ਕਰ ਲਓਗੇ, ਪਰ ਮਿਹਨਤ ਕਰਨੀ ਪੈਂਦੀ ਹੈ। ਇਹੀ ਅਸੀਂ ਉਸ ਟਾਈਮ ਸੋਚਿਆ ਹੁੰਦਾ ਕਿ ਪਾਪਾ ਫਾਦਰ ਸਾਹਿਬ ਬਹੁਤ ਕੁਝ ਛੱਡ ਗਏ ਨੇ, ਸਾਨੂੰ ਲੋੜ ਨਹੀਂ ਕਰਨ ਦੀ, ਆਪਾਂ ਜੋਬ ਨਾਲ ਓਕੇ ਰਹਿੰਦੇ ਤਾਂ ਵੀ ਸਰ ਸਕਦਾ ਸੀ, ਲੇਕਿਨ ਆਪਾਂ ਸਾਰਿਆਂ ਨਹੀਂ, ਆਪਾਂ ਇਨਪੁਟ ਪਾਏ ਹੈ ਅਤੇ ਟੱਚਵੁੱਡ ਮੇਰੇ ਇਸ ਬਿਜ਼ਨਸ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਨਾਮ, ਫੇਮ। ਤੁਸੀਂ ਵੀ ਅੱਜ ਬਠਿੰਡਾ ਤੋਂ ਇੰਟਰਵਿਊ ਕਰਨ ਆਏ ਹੋ ਹੈ, ਅਤੇ ਉਸੇ ਤਰ੍ਹਾਂ ਮਤਲਬ ਜਿਹੜੇ ਵੀ ਮੀਡੀਆਜ਼ ਕਵਰ ਕਰਦੇ ਮਤਲਬ ਇਹ ਸਾਰੀ ਸ਼ੋਹਰਤ ਜਿਹੜੀ ਹੈ ਨਾਮ ਹੈ, ਇਹ ਬਿਜ਼ਨਸ ਤੋਂ ਹੀ ਆਇਆ ਹੈ। ਬਿਲਕੁਲ। ਤੇ ਜਦੋਂ ਦੀ ਗੱਲ ਕਰਦੇ ਪਏ ਹੋ, ਇੱਕ ਦਹਾਕੇ ਤੋਂ ਉੱਪਰ ਦਾ ਸਮਾਂ ਹੋ ਗਿਆ, ਇੱਕ ਡਿਕੇਟ ਹੋ ਚੁੱਕੀ ਹੈ ਨਾ, ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਉਸ ਜ਼ਮਾਨੇ ਵਿੱਚ ਤੇ ਅੱਜ ਦੇ ਜ਼ਮਾਨੇ ਵਿੱਚ ਫ਼ਰਕ ਬਹੁਤ ਹੈ। ਅੱਜ ਤੁਸੀਂ ਘਰ ਦੇ ਵਿੱਚ ਮੇਲ ਔਰ ਫੀਮੇਲ ਨੂੰ ਬਰਾਬਰ ਦਾ ਕੰਮ ਕਰਦਿਆਂ ਦੇਖਦੇ ਹੋ, ਪਰ ਉਦੋਂ ਇੱਦਾਂ ਨਹੀਂ ਸੀ। ਉਦੋਂ ਘਰ ਵੀ ਸੰਭਾਲਣਾ, ਘਰ ਦੇ ਜੀਆਂ ਨੂੰ ਵੀ ਸੰਭਾਲਣਾ, ਖੁਦ ਨੂੰ ਵੀ ਸੰਭਾਲਣਾ ਅਤੇ ਬਿਜ਼ਨਸ ਵੀ ਸੰਭਾਲਣਾ। ਕਿੱਦਾਂ ਦਾ ਉਹ ਸਮਾਂ, ਕਿੰਨਾ ਕੁ ਹਾਰਡ ਰਿਹਾ? ਟਾਈਮ ਹਾਰਡ ਹੁੰਦਾ ਹੈ। ਮੈਂ ਉਹੀ ਚੀਜ਼ ਕਹਾਂਗੀ ਕਿ ਜੇ ਅਸੀਂ ਕੁਝ ਅਚੀਵ ਕਰਨਾ ਚਾਹੁੰਦੇ ਹਾਂ, ਇਫ ਯੂ ਵਾਂਟਡ ਟੂ ਬੀ ਸਮਥਿੰਗ ਇਨ ਲਾਈਫ, ਜੇ ਤੁਸੀਂ ਕੁਝ ਹਟ ਕੇ ਖੜਾ ਹੋ। ਮੈਂ ਆਪਣੀ ਮੇਰੀ ਬੇਟੀ ਹੈ 11 ਈਅਰਸ ਦੀ, ਮੈਂ ਉਹਨੂੰ ਵੀ ਇਹੀ ਚੀਜ਼ ਸਿਖਾਉਂਦੀ ਹਾਂ ਕਿ ਬੇਟਾ ਜੇ ਤਾਂ ਕੈਜੂਅਲ ਜੀਣਾ ਹੈ ਤਾਂ ਤੁਸੀਂ ਬੜੇ ਆਰਾਮ ਨਾਲ ਜੀ ਸਕਦੇ ਹੋ, ਬਣਾ ਬਣਾਇਆ ਸਾਰਾ ਕੁਝ ਮਿਲ ਗਿਆ। ਬਟ ਮੇਰੇ ਮੰਮਾ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ। ਮੇਰੇ ਮੰਮਾ ਕਹਿੰਦੇ ਸੀ ਬੇਟਾ ਪੈਸੇ ਪਿੱਛੇ ਬਹੁਤ ਹੈ, ਪਾਪਾ ਕਾਫੀ ਕੁਝ ਛੱਡ ਗਏ, ਲੇਕਿਨ ਬਹਿ ਕੇ ਖਾਂਦੇ ਖਾਂਦੇ ਖੂਹ ਵੀ ਖਾਲੀ ਹੋ ਜਾਂਦੇ ਆ, ਠੀਕ ਹੈ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਲਾਈਫ ਅਸੀਂ ਅੱਜ ਇੰਜੋਏ ਕਰ ਰਹੇ ਹਾਂ ਅਸੀਂ ਸਸਟੇਨ ਕਰੀਏ, ਅਸੀਂ ਇਸ ਤਰ੍ਹਾਂ ਦੀ ਲਾਈਫ ਪਲੱਸ ਇਸ ਤੋਂ ਕੁਝ ਅੱਛੀ ਲਾਈਫ ਜੀਏ, ਤੁਹਾਨੂੰ ਹਾਰਡ ਵਰਕ, ਮਿਹਨਤ ਕਰਨੀ ਪੈਂਦੀ ਹੈ। ਮੇਰੀ ਇਸ ਰੂਟੀਨ ਹੈ ਔਰ ਮੈਂ ਬਹੁਤ ਐਪਰੀਸ਼ੀਏਟ ਕਰਦੀ ਹਾਂ ਉਹਨਾਂ ਫੀਮੇਲਸ ਨੂੰ ਜਿਨ੍ਹਾਂ ਦੀ ਇਹ ਰੂਟੀਨ ਹੈ। ਕਾਫੀ ਆਫਿਸਰਸ ਵੀ ਜਲੰਧਰ ਦੇ ਅੰਦਰ ਨੇ ਜਿਹੜੇ ਇੱਕ ਅੱਛੀ ਕਮਿਸ਼ਨਰੇਟ ਵਰਗੀ ਪੋਜੀਸ਼ਨ 'ਤੇ ਹੋ ਕੇ ਵੀ ਆਪਣਾ ਘਰ ਵੀ ਸਾਂਭਦੇ ਹੈ ਅਤੇ ਆਪਣੀ ਪੋਜੀਸ਼ਨਸ ਨੂੰ ਵੀ ਸਾਂਭਦੇ ਹੈ। ਆਈ ਨੋ ਲੋਟ ਮੈਨੀ ਅਥੋਰਿਟੀਜ਼ ਲਾਈਕ ਦਿਸ ਜਿਹੜੇ ਆਪਣੇ ਘਰ ਵੀ ਸਾਂਭਦੇ ਹੈ, ਅਤੇ ਅਸੀਂ ਤਾਂ ਫਿਰ ਵੀ ਇੱਕ ਬਿਜ਼ਨਸ ਦੇ ਵਿੱਚ ਹਾਂ। ਐਂਡ ਬਿਜ਼ਨਸ ਦੇ ਵਿੱਚ ਸਾਨੂੰ ਬਹੁਤ ਫਲੈਕਸੀਬਿਲਿਟੀ ਹੁੰਦੀ ਹੈ, ਅਸੀਂ ਕਿਸੇ ਨੂੰ ਆਨਸਰੇਬਲ ਨਹੀਂ ਹਾਂ, ਸਾਨੂੰ ਆਪਣੇ ਆਪ ਨੂੰ ਸੈਲਫ ਮੈਨੇਜ ਕਰਨਾ ਹੁੰਦਾ ਹੈ। ਔਰ ਹਾਰਡ ਵਰਕ ਤੋਂ ਮਤਲਬ ਆਪ ਲਗਾ ਲਓ ਕਿ हार्ड वर्क तो करना ही पड़ता है। अगर यू वांटेड टू बी एनीथिंग इन योर लाइफ, वांटेड टू अचीव समथिंग, तो विदाउट हार्ड वर्क दिस इज़ नॉट पॉसिबल। फैमिली को देखना और बिज़नेस संभालना, सबको एक बैलेंस बना के चलना पड़ता है। मैं अपनी शॉप के टाइमिंग्स कुछ इस तरह के रखे हुए हैं कि मतलब पहला जिन्ना मेन काम है वो सवेरे सवेरे खत्म हो जाए, घर का नाश्ता रोटी तक ईवन खत्म हो जाए, रात का बेस भी बन जाए, तो फिर आप अपना आराम नाल फ्री माइंड होके अपना जिहड़ा है बिजनेस मैनेज करिए। थोड़ा रेस्ट लिए मैं अपना ऑफिस भी अंदर बनाया है कि जे रेस्ट भी लैनी है तो बिजनेस तो रहनी है। किसी तरह सफ़र नहीं होना चाहिए। जे तुसी कोई चीज़ का बीड़ा चक्या है, कोई रिस्पोंसिबिलिटी लई है, तो उन्होंने किस तरह करना है वो तुहानू आपे ही अपना पता होना चाहिए, शेड्यूल बनाना। ਬਿਲਕੁਲ। ਤੇ ਜਦ ਤੁਸੀਂ ਪਹਿਲਾਂ ਬੈਂਕਿੰਗ ਲਾਈਨ ਦੇ ਵਿੱਚ ਸੀਗੇ, ਉਸ ਤੋਂ ਬਾਅਦ ਫਿਰ ਤੁਸੀਂ ਇਸ ਲਾਈਨ ਦੇ ਵਿੱਚ ਆਉਂਦੇ ਹੋ, ਤੇ ਜਦੋਂ ਤੁਸੀਂ ਇਹ ਸ਼ਿਫਟਿੰਗ ਕੀਤੀ ਹੈ ਉਦੋਂ ਤੁਹਾਡੇ ਖਿਆਲਾਂ ਦੇ ਵਿੱਚ ਜਾਂ ਕਹਿ ਲਓ ਬਿਹੇਵ ਦੇ ਵਿੱਚ ਕੋਈ ਚੇਂਜਸ ਆਏ ਹੋਣ ਜਾਂ प्रॉब्लम आई हो तो लगे नहीं मेरे तो नहीं होता पाया? बिल्कुल जी, ये तो एक बहुत बड़ा, मैं आपको ये कहूँ कि जब मैंने आई वॉज विद स्टैंडर्ड चार्टर्ड बैंक इन इन्वेस्टमेंट्स, तो मैं जो इत्थे काउंटर पर बैठी होंदी सी, मतलब
ਉੱਥੇ ਅਸੀਂ ਏਸੀ 'ਚ ਬੈਠੇ ਹਾਂ, ਇੱਥੇ ਮਤਲਬ ਕੂਲਰ ਦੇ ਵਿੱਚ ਮੈਂ ਕਾਊਂਟਰ ਤੇ ਬੈਠੀ ਹਾਂ। ਕਈ ਵਾਰੀ ਫੀਲ ਹੁੰਦਾ ਸੀ ਕਿ ਮੇਰਾ ਡਿਮੋਸ਼ਨ ਕਹਿ ਸਕਦੀ ਹਾਂ, ਮੈਂ ਡਿਮੋਸ਼ਨ ਹੀ ਕਹਾਂਗੀ। ਬਟ ਉਹੀ ਗੱਲ ਆ ਜਾਂਦੀ ਹੈ ਫਿਰ ਜਦੋਂ ਅਸੀਂ ਉਸ ਵੇਲੇ ਮੈਨੂੰ ਸਿਰਫ ਜੌਬ ਦਾ ਸੀ, ਬਿਕੋਜ਼ ਦੈਟ ਟਾਈਮ ਮੈਨੂੰ 5 ਸਾਲ ਐਕਸਪੀਰੀਅੰਸ ਸੀ ਜੌਬ ਦਾ। ਫਿਰ ਇੱਕਦਮ ਇੰਸਟੈਂਟਲੀ ਆਪਣੇ ਬਿਜ਼ਨਸ ਕਰਨਾ ਐਂਡ ਦੈਟ ਟੂ ਫੂਡ ਲਾਈਨ, ਹਰ ਬੰਦਾ ਅੱਜ ਦੀ ਡੇਟ 'ਚ ਫੂਡ ਲਾਈਨ ਨੂੰ ਫੜ ਰਿਹਾ ਹੈ। ਹਰ ਬੰਦਾ, ਮਤਲਬ ਜਿਹਨੂੰ ਵੀ ਤੁਸੀਂ ਪੁੱਛੋਗੇ ਬਿਜ਼ਨਸ ਕਰਨਾ ਕਿਹੜਾ ਕਰਨਾ, ਉਹ ਕਹੇਗਾ ਮੈਂ ਕੋਈ 버ਗਰ ਦਾ ਕੰਮ ਕਰਨਾ ਹੈ ਜਾਂ ਪੀਜ਼ੇ ਦਾ। ਵੈਨ ਯੂ ਆਰ ਇਨਟੂ ਦਿਸ ਬਿਜ਼ਨਸ, ਤੁਸੀਂ ਜਦੋਂ ਇਸ ਬਿਜ਼ਨਸ 'ਚ ਹੁੰਦੇ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਟਸ ਨਾਟ ਐਵਰੀਬਡੀਜ਼ ਕੱਪ ਆਫ ਟੀ। ਇਹ ਇੰਨਾ ਸੌਖਾ ਨਹੀਂ ਹੈ ਕੰਮ ਕਰਨਾ, ਮਤਲਬ ਬਹੁਤ ਕੁਛ ਹੈ। ਮਤਲਬ ਜੇ ਤੁਹਾਡਾ ਇੱਕ ਪੁਰਾਣਾ, ਕਿਉਂਕਿ ਟੱਚਵੁੱਡ ਸਾਡਾ ਜਦੋਂ ਮੈਂ 2009 'ਚ ਫੜਿਆ टू 1994 की एस्टेब्लिशमेंट है ये, तब ये इस बिज़नेस को अराउंड 14 ईयर्स हो चुके थे। तो 14 ईयर्स ही हुए, है ना? नो 14 नहीं हुए, इसको हो गए थे, हाँ 14-15 ईयर्स हो गए थे। तो एक चली हुई फर्म थी, इसके अंदर सारे डिपार्टमेंट्स लगते थे, सैंपल बढ़ते हैं। फूड डिपार्टमेंट ने लाइसेंसिंग वगैरह कर दी है, मतलब वो सारा कुछ देखना, अकाउंट टफ तो था इसमें। प्लस डिमोशन इसलिए लगती थी क्योंकि वहाँ पे एक थोड़ा पॉलिश्ड सा कल्चर होता है, यहाँ पे ऐसा कुछ नहीं था। बट वही अगेन थोड़ा टाइम ज़रूर लगा, लेकिन टुडे आई कांट डू जॉब। मैं हुण जॉब नहीं कर सकती, मैनू ਇਹ ਕੰਮ ਕਰਦੇ ਹੋਏ ਤੁਸੀਂ ਲਾ ਲਓ 2009 ਤੋਂ ਕਿੰਨੇ 14 ਸਾਲ ਹੋ ਗਏ। ਹੁਣ ਮੈਂ ਜੌਬ ਨਹੀਂ ਕਰ ਸਕਦੀ। ਮੈਂ ਆਪਣੇ ਬਿਜ਼ਨਸ ਨੂੰ ਮੈਨੇਜ ਕੀਤਾ, ਔਰ ਮੈਂ ਅਕੇਲੇ ਨਹੀਂ ਕੀਤਾ, ਆਮ ਸੌਰੀ, ਮੇਰੀ ਟੀਮ, ਮੈਂ ਮੇਰੀ ਜਿਹੜੀ BBC ਦੀ ਇੰਟਰਵਿਊ ਸੀ ਉਸ 'ਚ ਵੀ ਦੱਸਿਆ ਸੀ, ਇਹ ਬੜੀ ਕਲੀਅਰ ਕੀਤੀ ਸੀ ਗੱਲ ਕਿ ਕੋਈ ਵੀ ਬਿਜ਼ਨਸ ਕਰਨਾ ਇਕੱਲੇ ਬੰਦੇ ਦਾ ਬਸ ਦੀ ਗੱਲ ਨਹੀਂ ਹੈ। ਜੇ ਤੁਹਾਡਾ ਲੈਜਨ ਤੁਹਾਡੇ ਸਟਾਫ ਨਾਲ, ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਫੂਡ ਲਾਈਨ ਦਾ ਬਿਜ਼ਨਸ ਹੈ ਨਾ, ਉਹ ਟੋਟਲੀ ਤੁਹਾਡਾ ਜਿਹੜਾ ਲੈਜਨ ਹੈ ਤੁਹਾਡੇ ਸਟਾਫ ਮੈਂਬਰਸ ਨਾਲ, ਉਹਦੇ 'ਤੇ ਡਿਪੈਂਡ ਕਰਦਾ। ਤੁਹਾਡਾ ਲੈਜਨ ਤੁਹਾਡੇ ਸਟਾਫ ਮੈਂਬਰਸ ਨਾਲ ਕਿੱਦਾਂ ਦਾ ਹੈ, ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਉਹਨਾਂ ਦੀ ਘਰ ਦੀਆਂ ਦਿੱਕਤਾਂ ਨੂੰ ਆਪਣੀ ਦਿੱਕਤ ਸਮਝ ਰਹੇ ਹੋ, ਸਟਾਫ ਨੂੰ ਆਪਣਾ ਫੈਮਿਲੀ ਮੈਂਬਰ ਸਮਝ ਰਹੇ ਹੋ। ਮੈਂ ਗਰੰਟੀ ਦੇ ਕੇ ਕਹਿੰਦੀ ਹਾਂ ਤੁਹਾਡਾ ਸਟਾਫ ਕਿਤੇ ਨਹੀਂ ਜਾਏਗਾ। ਜਿਹੜੇ ਬੰਦੇ ਕਹਿੰਦੇ ਆ ਕਿ ਬੰਦੇ ਭੱਜ ਗਏ, ਉਹ ਤੁਹਾਡਾ ਲੈਜਨ ਨਹੀਂ ਹੈ ਫਿਰ, ਠੀਕ ਹੈ। ਅਤੇ ਮੈਂ ਕੁਛ ਨਹੀਂ ਕਹਿ ਸਕਦੀ ਕਿ ਮੈਂ ਕੀਤਾ, ਬਿਕੋਜ਼ ਟੂ ਬੀ ਵੈਰੀ ਫਰੈਂਕ ਮੇਰੇ ਫਾਦਰ ਸਾਹਿਬ ਇੱਕ ਬਹੁਤ ਹੀ ਰਿਨਾਊਂਡ ਸ਼ੈਫ ਸੀ। ਬਟ ਮੈਂ ਜਦੋਂ ਇਹ ਬਿਜ਼ਨਸ ਫੜਿਆ ਤਾਂ ਮੈਂ ਕੁਛ ਵੀ ਨਹੀਂ ਸੀ। ਮੈਂ ਇੱਕ ਫਾਈਨੈਂਸ ਬੈਕਗਰਾਊਂਡ ਪੜ੍ਹੀ ਹੋਈ ਕੁੜੀ ਸੀ, ਲੇਕਿਨ ਮੈਨੂੰ ਇਨਹੈਰੀਟਿਡਲੀ ਉਹਨਾਂ ਨੇ ਇਹ ਦਿੱਤਾ। ਮਦਰ ਨੇ ਸਪਾਈਸਿਸ ਦੇ ਵਿੱਚ ਸਾਰੀ ਤਰ੍ਹਾਂ ਦੇ ਮਸਾਲੇ, ਗਰਮ ਮਸਾਲਾ, ਚਨਾ ਮਸਾਲਾ ਪ੍ਰੋਵਾਈਡ ਕੀਤਾ ਉਹਨਾਂ ਨੇ, ਕਿ ਕਿਸ ਤਰ੍ਹਾਂ ਦੀ ਰੈਸਿਪੀਜ਼ ਪ੍ਰੋਵਾਈਡ ਕੀਤੀਆਂ ਸਾਰੀਆਂ। ਲੇਕਿਨ ਜੇ ਮੈਂ ਪਰਸਨਲੀ ਆਪਣੇ ਬਾਰੇ 'ਚ ਗੱਲ ਕਰਾਂ ਤਾਂ ਮੈਂ ਕੁਛ ਵੀ ਨਹੀਂ ਸੀ। ਇਹ ਮੇਰਾ ਸਟਾਫ ਹੀ ਹੈ ਨਾ ਜਿਹਨੇ ਕੁੱਕ ਕੀਤਾ, ਜਿਹਨੇ ਮੈਨੂੰ ਪਿੱਛੋਂ ਸਪੋਰਟ ਕੀਤੀ। ਸੋ ਆਵਰ ਇਜ਼ ਅ ਟੀਮ ਐਂਡ ਬਿਜ਼ਨਸ ਕੋਈ ਵੀ ਇਕੱਲੇ ਬੰਦੇ ਦੀ ਗੇਮ ਨਹੀਂ ਹੈ, ਇੱਕ ਟੀਮ ਵਰਕ ਹੈ। ਤੁਹਾਨੂੰ ਟੀਮ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ। ਹਾਂ, ਆਈ ਮਸਟ ਸੇ ਦੈਟ ਆਈ ਮੇ ਬੀ ਅ ਗੁੱਡ ਲੀਡਰ। ਮੈਂ ਇੱਕ ਵਧੀਆ ਲੀਡਰ ਸੀ। ਮੈਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਨਾਟ ਮੇ ਬੀ ਅ ਲੀਡਰ, ਮੇ ਬੀ ਅ ਗੁੱਡ ਮੈਨੇਜਰ। ਮੈਂ ਇੱਕ ਗੁੱਡ ਮੈਨੇਜਰ ਦੀ ਤਰ੍ਹਾਂ ਆਪਣੇ ਪੂਰੇ ਸਟਾਫ ਨੂੰ ਪ੍ਰੋਪਰ ਮੈਨੇਜ ਕੀਤਾ, ਉਹਨਾਂ ਦੀ ਪਰਸਨਲੀ ਵੀ, ਆਪਣੇ ਬਿਜ਼ਨਸ ਦੇ ਰਿਲੇਟਿਡ ਵੀ, ਔਰ ਆਪਾਂ ਓਵਰਆਲ ਜਿਹੜਾ ਹੈਗਾ ਇਹ ਚਲਾ ਲਿਆ। 14 ਸਾਲ ਚਲਾ ਲਿਆ, ਅਤੇ ਅੱਗੇ ਵੀ ਜੇ ਮਾਤਾ ਰਾਣੀ ਨਾਲ ਰਹੀ ਤਾਂ ਆਪਾਂ ਅੱਗੇ ਵੀ ਚਲਾ ਲਾਂਗੇ। ਤੁਸੀਂ ਕਿਹਾ ਕਿ ਜਿਵੇਂ ਇੱਕ ਟੀਮ ਤੋਂ ਬਿਨਾਂ ਇੱਕ ਬਿਜ਼ਨਸ ਨਹੀਂ ਚੱਲ ਸਕਦਾ, ਇਕੱਲੇ ਬੰਦੇ ਦੀ ਖੇਡ ਨਹੀਂ ਹੈਗੀ ਬਿਜ਼ਨਸ ਚਲਾਉਣਾ। ਪਰ ਅੱਜ ਕੱਲ੍ਹ ਹਰ ਇੱਕ ਨੁੱਕਰ ਦੇ ਉੱਪਰ, ਹਰ ਕੋਨੇ ਦੇ ਵਿੱਚ ਇੱਕ ਫੂਡ ਕੋਰਟ ਖੁੱਲ੍ਹਿਆ ਹੋਇਆ ਹੈ ਨਾ। ਅਤੇ ਜਲੰਧਰ ਦੀ ਜੇ ਗੱਲ ਕਰੀਏ ਤਾਂ ਇੰਨੇ ਕੁ ਜ਼ਿਆਦਾ ਹੋ ਗਏ ਨੇ ਕਿ ਕੋਈ ਤੁਸੀਂ ਦੇਖ ਲਓ ਕਿ ਆਟੋ ਰਿਕਸ਼ਾ ਇੰਨੇ ਨਹੀਂ ਹੈਗੇ ਜਿੰਨੇ ਫੂਡ ਦੀਆਂ ਦੁਕਾਨਾਂ ਇੱਥੇ ਖੁੱਲ੍ਹ ਚੁੱਕੀਆਂ ਨੇ। ਅਤੇ ਤੁਹਾਨੂੰ नहीं लगता कि ये सिर्फ एक भेड़ चाल चल चुकी है? मेरे को ऐसे लगता है ना कि जैसे अगर कोई कम पढ़ा है बच्चा, जैसे 10th +2 करने के बाद उसका आगे पढ़ने का मन नहीं है, फूड लाइन वो भी कर लेता है, ठीक है। अगर कोई होटल मैनेजमेंट कर चुका है, फूड लाइन वो भी कर लेता है। अगर कोई मास्टर्स ऑफ बिजनेस कर लेता है, फूड लाइन वो भी कर लेता है। तो मुझे ऐसे लगता है कि हाँ, ये मैंने चीज़ ज़रूर नोटिस करी है कि 2009 में जब मैं बिजनेस ਨੂੰ मतलब ਫੜਿਆ, ਉਸ ਵੇਲੇ ਕਸਟਮਰਸ ਜਿਹੜੇ ਸੀ ਨਾ, ਐਲੀਟ ਕਸਟਮਰਸ ਜਿਹੜੇ ਸੀ, ਦੇ ਨੋ ਦ ਟੇਸਟ, ਬਟਰ ਚਿਕਨ ਖਾਣਾ ਹੈ ਤੇ ਇਮੀਡੀਏਟਲੀ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਕਿ ਇਹਦੇ 'ਚ ਕੰਟੈਂਟ ਆਫ ਕਰੀਮ ਕਿੰਨਾ ਹੋਣਾ ਚਾਹੀਦਾ, ਓਵਰ ਕਰੀਮੀ ਤਾਂ ਨਹੀਂ ਹੈ, ਉਹਨਾਂ ਨੂੰ ਟੇਸਟ ਪਤਾ ਸੀ। ਮੈਂ ਇਹ ਗੱਲ ਬੜੇ ਬਿਨਾਂ ਕਿਸੇ ਤੋਂ
ਨੂੰ ਦਿਮਾਗ 'ਚ ਰੱਖਦੇ ਹੋਏ ਕਹਾਂਗੀ ਕਿ ਅੱਜ ਜਿਹੜਾ ਹੈ ਨਾ ਕਸਟਮਰਸ ਨੂੰ ਟੇਸਟ ਦੀ ਕੋਈ ਵੈਲਿਊ ਨਹੀਂ ਹੈਗੀ। ਇੱਕ ਰੇੜੀ ਵਾਲਾ, ਮੈਂ ਰੇੜੀ ਵਾਲਿਆਂ ਨੂੰ ਨਹੀਂ ਕਹਿੰਦੀ ਕਿ ਰੇੜੀ ਵਾਲਾ ਮਤਲਬ ਇੱਕ ਨਿਊ ਓਪਨਿੰਗ who don't have this background, they are making it in a tomato puree, ਬਟਰ ਚਿਕਨ ਟੋਮੈਟੋ ਪਿਊਰੀ 'ਚ ਵੀ ਬਣਾ ਰਹੇ ਹੈ। ਬਸ ਕਸਟਮਰ ਇੱਕ ਰੇਟ ਟੈਗ ਦੇਖ ਰਿਹਾ ਹੈ ਕਿ ਇਹਦਾ ਰੇਟ ਘੱਟ ਹੈ ਤੇ ਕਸਟਮਰ ਉੱਥੇ ਜਾ ਰਿਹਾ ਹੈ। ਮਤਲਬ ਕੁਆਲਿਟੀ ਜਿਹੜੀ ਹੈ ਉਹ ਦੇਖੋ, ਕਸਟਮਰ ਲਈ ਵੀ ਹੈ ਇੱਕ ਤੁਸੀਂ ਕਹੋਗੇ ਕਿ ਮੈਸੇਜ ਹੈ ਕਿ ਤੁਸੀਂ ਜਦੋਂ ਵੀ ਕਿਸੇ ਆਊਟਲੈਟ 'ਤੇ ਜਾਂਦੇ ਹੋ ਤੁਸੀਂ ਹੈਲਥ ਨੂੰ ਪ੍ਰਾਇਰ ਰੱਖੋ। ਵਿਦ ਦ ਗ੍ਰੇਸ ਆਫ ਗੋਡ ਕੋਵਿਡ ਦੇ ਵਿੱਚ ਬਹੁਤ ਰੇਅਰ ਰੈਸਟੋਰੈਂਟ ਸੀ ਜਿਹੜੇ ਓਪਨ ਹੋਏ ਹੈ। FSSAI ਨੇ ਬੜੀ ਰਿਸਟ੍ਰਿਕਟਿਡ ਜੀ ਓਪਨਿੰਗਸ ਕੀਤੀਆਂ ਸੀ, ਜਿਹੜੇ ਉਹ ਗਾਈਡਲਾਈਨਸ ਨੂੰ ਕੰਪਲੀਟ ਕਰ ਰਹੇ ਸੀ, ਸਿਰਫ ਉਹ ਹੀ ਖੁੱਲ੍ਹ ਸਕਦੇ ਸੀ ਕੋਵਿਡ ਤੋਂ ਬਾਅਦ। ਅਤੇ ਅਸੀਂ ਹਰ ਕੋਈ ਕੋਸ਼ਿਸ਼ ਕੀਤੀ ਕਿ ਉਹ ਸਾਰੇ ਨੋਰਮਸ ਜਿਹੜੇ ਨੇ ਪੂਰੇ ਕਰਕੇ ਆਪਣੀ ਕੁਆਲਿਟੀ, ਜਿੰਨੇ ਮਰਜ਼ੀ ਰੈਸਟੋਰੈਂਟ ਖੁੱਲ੍ਹ ਜਾਣ, ਜਿਹੜੇ ਮਰਜ਼ੀ ਰੇਟ ਘਟਾ ਦੇਣ, ਸਾਂਝਾ ਚੁੱਲ੍ਹਾ 'ਤੇ ਕਦੀ ਵੀ ਬਾਏ 1 ਗੈਟ 1 ਦੀ ਆਫਰ ਨਹੀਂ ਲੱਗੀ ਹੋਣੀ। ਨੈਵਰ ਐਵਰ। ਈਵਨ ਬਿਗ ਬ੍ਰਾਂਡਸ KFC ਲਾ ਲਓ ਜਾਂ ਕੋਈ ਵੀ ਬ੍ਰਾਂਡ ਲਾ ਲਓ ਜਿਹਦੇ 'ਤੇ ਕੋਈ ਨਾ ਕੋਈ ਆਫਰਸ ਆ ਜਾਂਦੀਆਂ, ਅਸੀਂ ਕਦੀ ਵੀ ਕੋਈ ਆਫਰ ਨਹੀਂ ਲਾਈ, ਕਿਉਂਕਿ ਨਾ ਹੀ ਕਿਸੇ ਜ਼ੋਮੈਟੋ ਸਵੀਗੀ 'ਤੇ ਨਾ ਹੀ ਕਦੀ ਡਾਇਰੈਕਟ ਟੂ ਐਨੀ ਕਸਟਮਰ ਅਸੀਂ ਕਦੇ ਕੋਈ ਆਫਰ ਨਹੀਂ ਲਾਈ। ਵੀ ਆਰ ਵੈਰੀ ਸਟ੍ਰਿਕਟ ਟੂ ਦ ਕੁਆਲਿਟੀ, to the ingredients we are putting in any dish, and if you are putting up the right material and ingredients then accordingly ਜਿਸ ਰੇਟ ਨਾਲ ਮਹਿੰਗਾਈ ਵਧ ਰਹੀ ਹੈ ਚੀਜ਼ ਦੀ ਕਾਸਟ ਕਾਸਟ ਵਧੇਗੀ ਤੇ ਅਲਟੀਮੇਟ ਪ੍ਰਾਈਸ ਵਧੇਗਾ ਹੀ ਵਧੇਗਾ। ਠੀਕ ਹੈ, ਤੇ ਉਹ ਵਧ ਰਿਹਾ ਹੈ। ਤੇ ਜਿਨ੍ਹਾਂ ਨੂੰ ਟੇਸਟ ਦਾ ਐਕਚੁਅਲ ਪਤਾ ਹੈ, ਠੀਕ ਹੈ, ਕਿ ਟੇਸਟ ਕਿਹਨੂੰ ਕਹਿੰਦੇ ਹੈ ਔਰ ਹੈਲਥ ਬਾਰੇ ਉਹ ਆਪਣੀ ਕੰਸੀਡਰ ਕਰਕੇ ਬਾਹਰ ਦਾ ਖਾਂਦੇ ਹੈ, ਉਹ ਸਾਂਝੇ ਚੁੱਲ੍ਹੇ 'ਤੇ ਆਉਂਦੇ ਹੈ। ਠੀਕ ਹੈ, ਮੇਰਾ ਫੋਕਸ ਜਿਹੜਾ ਹੈ ਉਹ ਇੱਥੇ ਹੀ ਰਹਿੰਦਾ ਹੈ ਕਿ ਮਗਜ਼ ਜਿੰਨੇ ਮਰਜ਼ੀ ਮਹਿੰਗੇ ਹੋ ਰਹੇ ਨੇ, ਕਾਜੂ ਜਿੱਥੇ ਗ੍ਰੇਵੀ 'ਚ ਇਹ ਇੰਗਰੀਡੀਐਂਟਸ ਪੈਣੇ ਆ ਉਹ ਪੈਣੇ ਹੀ ਪੈਣੇ ਆ। ਬਿਲਕੁਲ, ਕਿਉਂਕਿ ਫਿਰ ਵਿਦਆਊਟ ਇੰਗਰੀਡੀਐਂਟਸ ਉਹ ਗੱਲ ਬਣਦੀ ਵੀ ਨਹੀਂ ਹੁੰਦੀ। ਜਿੰਨੇ ਮਰਜ਼ੀ ਨਿਊ ਆ ਜਾਣ ਇਨਟੂ ਦਿਸ ਲਾਈਨ, ਦੇ ਡੋਂਟ ਨੋ ਦ ਬੇਸ ਕਿ ਬੇਸ ਜਿਹੜਾ ਗਰਮ ਮਸਾਲਾ ਹੈ ਉਹ 'ਚ ਕਿਹੜੇ ਮਸਾਲੇ ਪੈਣੇ ਆ। ਆਸਕ ਐਨੀ ਨਿਊ ਕਮਰ ਆਸਕ ਐਨੀ ਨਿਊ ਕਮਰ, ਕਿਉਂਕਿ ਸਾਨੂੰ ਉਸ ਚੀਜ਼ ਦਾ ਬੇਸ ਜਿਹੜਾ ਹੈ, ਜੇ ਅਸੀਂ ਸੇਮ ਟੇਸਟ ਦੇਵਾਂਗੇ ਜਿਹੜਾ 1994 ਤੋਂ ਸਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ, ਦੈਨ ਓਨਲੀ ਵੀ ਆਰ ਏਬਲ ਟੂ ਸਰਵਾਈਵ। ਅਦਰਵਾਈਜ਼ ਕਸਟਮਰਸ ਆਰ ਪੇਇੰਗ ਐਂਡ ਦੇ ਵੈਰੀ ਬਲੰਟਲੀ ਸੇ ਕਿ ਕੀ ਦੇ ਰਹੇ ਹੋ ਤੁਸੀਂ ਇਹਨੇ 'ਚ। ਦਿੰਦੇ ਹਾਂ ਅਸੀਂ ਯਾਰ, ਮੇਰੀ ਕੁਆਲਿਟੀ ਔਰ ਕੁਆਂਟਿਟੀ ਤਾਂ ਉੱਦਾਂ ਹੀ ਮਤਲਬ ਕਾਫੀ ਕਸਟਮਰਸ ਨੂੰ ਪਤਾ ਹੈ ਕਿ ਵੀ ਸਰਵ ਇਨ ਅ ਵੈਰੀ ਗੁੱਡ ਕੁਆਂਟਿਟੀ। ਅਤੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਸੀਗੇ, ਜਦੋਂ ਇਸ ਬਿਜ਼ਨਸ ਨੂੰ ਤੁਸੀਂ ਆਪਣੇ ਹੱਥੀਂ ਲਿਆ, ਉਦੋਂ ਤੇ ਅੱਜ ਕਿੰਨਾ ਕੁ ਫਰਕ ਹੈ ਇਸ ਬਿਜ਼ਨਸ ਦੇ ਅੰਦਰ? ਉਦੋਂ ਸਾਂਝਾ ਚੁੱਲ੍ਹਾ ਕਿੱਥੇ ਸੀ ਤੇ ਅੱਜ ਕਿੱਥੇ? ਮੈਂ ਸਪੈਸੀਫਿਕ ਟੂ ਮੋਨੀਟਰੀ ਟਰਮਸ ਦੇ ਵਿੱਚ ਤਾਂ ਨਹੀਂ ਗੱਲ ਕਰਾਂਗੀ, ਕਿਉਂਕਿ ਮੈਂ ਇਹ ਬੜੀ ਕਲੀਅਰਲੀ ਕਹਿੰਦੀ ਹਾਂ ਬਿਨਾਂ ਕੋਈ ਸ਼ਰਮ ਦੇ ਕਿ ਮੇਰੇ ਜੋ ਫਾਦਰ ਸਾਹਿਬ ਕੰਮ ਕਰ ਗਏ ਉਹ ਕੰਮ ਅਸੀਂ ਨਹੀਂ ਕਰ ਸਕਦੇ। ਠੀਕ ਹੈ, ਉਹ ਕੰਮ ਅਸੀਂ ਨਹੀਂ ਕਰ ਸਕਦੇ, ਬਟ ਹਾਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ 2009 ਦੇ ਵਿੱਚ ਜਦੋਂ ਮੈਂ ਇਸ ਬਿਜ਼ਨਸ ਨੂੰ ਫੜਿਆ ਸੀ ਅਤੇ ਬਾਹਰ ਕਈ ਲੋਕਾਂ ਨੇ ਇੱਕ ਬੈਟਸ ਲਾਈਆਂ ਹੋਈਆਂ ਸੀ ਕਿ ਸਾਂਝਾ ਚੁੱਲ੍ਹਾ ਹੁਣ ਬੰਦ ਹੋ ਜਾਏਗਾ, ਅਤੇ ਮੈਂ ਉਹ ਅੱਜ 15ਵਾਂ ਸਾਲ ਮੈਨੂੰ ਚੱਲਦਾ ਪਿਆ, ਮੈਂ ਉਹ ਕਰਕੇ ਦਿਖਾਇਆ ਕਿ ਬੰਦ ਨਹੀਂ ਹੋਇਆ, ਸ਼ਟਲ ਖੁੱਲ੍ਹਦੇ ਆ। ਨੰਬਰ 1, ਠੀਕ ਹੈ। ਨਾਟ ਐਵਰੀਥਿੰਗ ਸ਼ੁੱਡ ਬੀ ਕਾਊਂਟਡ ਇਨ ਮੋਨੀਟਰੀ ਟਰਮਸ ਕਿ ਕਿੰਨੇ ਕਰੋੜ ਕਮਾ ਲਏ, ਉਹ ਮੈਟਰ ਨਹੀਂ ਕਰਦਾ। ਮੈਟਰ ਕਰਦਾ ਹੈ ਤੁਹਾਡਾ ਸਰਵਾਈਵਲ। ਅਤੇ ਇਹ ਤੁਹਾਨੂੰ ਵੀ ਪਤਾ ਹੋਏਗਾ ਕਿ ਕੋਈ ਵੀ ਬਿਜ਼ਨਸ ਜਿਹੜਾ ਹੈ ਉਹ ਸਰਵਾਈਵ ਐਂਡ ਦੈਟ ਟੂ ਲੌਂਗ ਰਨ ਲਈ ਉਦੋਂ ਹੀ ਸਰਵਾਈਵ ਕਰਦਾ ਹੈ ਜਦੋਂ ਉਹਦੇ ਖਰਚੇ ਨਿਕਲ ਰਹੇ ਹੋਣ। ਜਦੋਂ ਕੋਈ ਵੀ ਅਸੀਂ ਬਿਜ਼ਨਸ ਕਰਦੇ ਹਾਂ ਅਤੇ ਉਹਦੇ ਥੱਲੇ ਜਾਣ ਦਾ ਸਭ ਤੋਂ ਵੱਡਾ ਇੰਡੀਕੇਟਰ ਹੁੰਦਾ ਹੈ, ਸਭ ਤੋਂ ਪਹਿਲਾਂ ਤੁਹਾਡੇ ਖਰਚੇ ਨਹੀਂ ਨਿਕਲਦੇ। ਤੁਸੀਂ ਖਰਚੇ ਆਪਣੀ ਜੇਬ ਤੋਂ ਪੇ ਕਰਦੇ ਹੋ। ਖਰਚੇ ਨਿਕਲਦੇ ਹੋਣਗੇ ਤਾਂ ਹੀ ਸਰਵਾਈਵਲ 15 ਸਾਲ ਪੋਸੀਬਲ ਹੋਇਆ। ਨੰਬਰ 1, ਪਹਿਲੇ ਹੀ ਮੈਂ ਗੱਲ ਇਹ ਕਹਿ ਕੇ ਸਟਾਰਟ ਕੀਤੀ ਹੈ ਕਿ ਮੈਂ ਆਪਣੇ ਫਾਦਰ ਸਾਹਿਬ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਜੋ ਕਰ ਗਏ ਉਹ ਆਪਣੇ ਹੱਥੀਂ ਕੰਮ ਜਾਣਦੇ ਸੀ, ਉਹ ਇੱਕ ਬਹੁਤ ਹੀ ਰਿਨਾਊਂਡ ਸ਼ੈਫ ਸੀ। ਠੀਕ ਹੈ, ਅਤੇ ਉਹੀ ਕੰਮ ਇੱਕ ਇਹੋ ਜਿਹੇ ਬੰਦੇ ਨੇ ਸਾਂਭਿਆ ਜਿਹਨੂੰ ਕੁਝ ਨਹੀਂ ਪਤਾ ਸੀ, ਅਤੇ ਡੈਫੀਨੇਟਲੀ ਇੱਕ ਡਿਫਰੈਂਸ ਤਾਂ ਰਿਹਾ, ਉਹ ਹਮੇਸ਼ਾ ਰਿਹਾ। ਲੇਕਿਨ yes, in 15 years I earned more than a person can earn in a job. I earn that flexibility, I earn that
name and fame which is not possible while doing a job. I made lot many changes. मैं काफ़ी changes ਇਸ business 'ਚ ਕੀਤੀਆਂ. For example, 2009 ਦੇ ਵਿੱਚ ਜਦੋਂ ਮੈਂ ਬਿਜ਼ਨਸ ਸੰਭਿਆ, ਉਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ 2008 7 6 5 94 ਤੋਂ ਲੈ ਕੇ 9 ਤੱਕ ਦੀ, ਉਦੋਂ ਸਾਂਝਾ ਚੁੱਲ੍ਹਾ ਜੌਲ ਮਾਰਕੀਟ ਦੇ ਵਿੱਚ ਕੋਈ ਸਿਟਿੰਗ ਪਲੇਸ ਨਹੀਂ ਸੀ, ਨਾਟ ਈਵਨ ਅ ਸਿੰਗਲ ਪਰਸਨ ਸਿਟਿੰਗ, ਓਨਲੀ ਸਟੈਂਡਿੰਗ ਟੇਬਲਸ ਵਰ ਦੇਅਰ. ਬਟ ਬਾਏ ਦ ਟਾਈਮ ਆਈ ਰਿਅਲਾਈਜ਼ ਕਿ ਜੇ ਕਸਟਮਰ ਬਾਹਰ ਮਤਲਬ ਆ ਰਿਹਾ ਹੈ ਤੇ ਡੈਫੀਨੇਟਲੀ ਉਹਨੂੰ ਥੋੜ੍ਹੀ ਜਿਹੀ, ਤੇ ਆਈ ਸਟਾਰਟਿਡ ਵਿਦ ਅ ਵੈਰੀ ਨਾਰਮਲ ਸਿਟਿੰਗ, ਪੁਟਿੰਗ ਅ ਕੂਲਰ ਔਨ ਅ ਵਨ ਸਾਈਡ. ਬਾਏ ਦ ਟਾਈਮ ਫੁੱਟਫਾਲ ਆਫ family over the time increases, and now I converted into the AC sitting. Now I am having a sitting capacity of 50 people. ठीक है. So definitely मैं फिर उसी चीज़ ते आवांगी कि फादर साहब ਦਾ ਮੁਕਾਬਲਾ ਮੈਂ ਅੱਜ ਵੀ ਨਹੀਂ ਕਰ ਪਾਈ, ਨਾ ਕਦੇ ਵੀ ਕਰ ਪਾਵਾਂਗੀ, ਲੇਕਿਨ ਮੋਡੀਫਿਕੇਸ਼ਨਸ, ਇਨਪੁਟਸ, ਕੁਛ ਨਾ ਕੁਛ ਮੈਂ ਇਹ 14-15 ਸਾਲ 'ਚ ਕਰਦੀ ਰਹੀ, ਜਿਹਦੇ ਨਾਲ ਮੇਰੀ ਸਸਟੇਨੇਬਿਲਿਟੀ ਜਿਹੜੀ ਹੈ ਉਹ ਮੇਨਟੇਨਡ ਰਹੇ, ਉਹ ਖਤਮ ਨਾ ਹੋਵੇ. ਬਾਕੀ ਸੀਇੰਗ ਦ ਮਾਰਕੀਟ, the competitions, the number of new openings, I am doing pretty well. I know this thing. ਅੱਛਾ ਸਪਨਾ, ਤੁਹਾਡੀ ਫੈਮਿਲੀ ਦੇ ਵਿੱਚ ਹੋਰ ਕੌਣ-ਕੌਣ? ਮੇਰੀ ਫੈਮਿਲੀ 'ਚ ਅਨਫੋਰਚੂਨੇਟਲੀ ਮੇਰੇ ਫਾਦਰ ਸਾਹਿਬ ਤਾਂ ਪਤਾ ਹੀ ਹੈ ਤੁਹਾਨੂੰ ਕਿ 2008 'ਚੋਂ ਐਕਸਪਾਇਰ ਹੋਏ, ਤਾਂ ਫਿਰ ਸਾਨੂੰ ਇਹ ਕਰਨਾ ਪਿਆ. Unfortunately, ਮੇਰੀ ਬਿਗ ਸਪੋਰਟ, my backbone, my mother also passed away in 2016. Now I am married and I am having one daughter. She is 11 years old. ਤੇ ਉਹਨਾਂ ਦਾ ਵੀ ਇਸੇ ਤਰ੍ਹਾਂ ਸਪੋਰਟ ਰਹਿੰਦਾ ਤੁਹਾਨੂੰ? ਬਹੁਤ ਜੀ ਹਾਂ. ਇਹ ਤਾਂ ਵੈਰੀ ਵਰਦੀ ਟੂ ਕੋਟ ਹੇਅਰ ਦੈਟ ਮਾਈ ਡਾਟਰ ਬੀਇੰਗ 11, ਸ਼ੀ ਇਜ਼ ਵੈਰੀ ਕੋਆਪਰੇਟਿਵ. ਮਤਲਬ ਜਿੱਦਾਂ ਕਿ ਮੇਰੀ ਜੋ ਮੈਂਟੈਲਿਟੀ ਹੈ, ਮੈਂ ਬੱਚੇ ਨੂੰ ਕਦੀ ਮੇਡਸ ਦੇ ਹੱਥ ਤੇ ਟਿਊਸ਼ਨ ਵਾਲਿਆਂ ਦੇ ਹੱਥ ਨਹੀਂ ਦਿੰਦੀ. ਮੈਂ ਆਪਣੀ ਬੇਟੀ ਨੂੰ ਆਪ ਹੀ ਪੜ੍ਹਾਉਂਦੀ ਹਾਂ ਅਤੇ ਆਪਣੇ ਨਜ਼ਰ ਦੇ ਸਾਹਮਣੇ ਰੱਖਦੀ ਹਾਂ. ਠੀਕ ਹੈ. ਅਤੇ ਮੈਂ ਆਪਣਾ ਇੱਥੇ ਆਫਿਸ ਰੱਖਿਆ ਹੋਇਆ, ਮੇਰੀ ਬੇਟੀ ਮੇਰੇ ਨਾਲ ਰਹਿੰਦੀ ਹੈ. ਵੈਨਐਵਰ ਆਈ ਥਿੰਕ ਕਿ ਮੈਨੂੰ ਕਾਫੀ ਦੇਰ ਲਈ ਪਰਚੇਜ਼ ਲਈ ਜਾਣਾ ਪੈ ਰਿਹਾ ਹੈ ਮੰਡੀ ਜਾਂ ਫਿਰ ਕੋਈ ਵੀ, ਤੇ ਮੇਰੀ ਬੇਟੀ ਬੈਠਦੀ ਹੈ ਕਾਊਂਟਰ 'ਤੇ ਅਤੇ ਉਹ ਦੇਖਦੀ ਹੈ ਸਾਰਾ ਕੁਝ. ਐਂਡ ਸ਼ੀ ਇਜ਼ ਮੈਨੇਜਿੰਗ ਅ ਸਮਾਲ ਮੈਨੇਜਰ ਬਟ ਮੈਨੇਜਿੰਗ ਵੈਰੀ ਗੁੱਡ ਵੇ. ਬਹੁਤ ਬਹੁਤ ਸ਼ੁਕਰੀਆ ਸਪਨਾ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ. ਸੋ ਇਹ ਸਨ ਸਪਨਾ ਮਲਹੋਤਰਾ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਜਿਨ੍ਹਾਂ ਨੇ ਇਕੱਲੇ ਹੀ ਸਾਰਾ ਬਿਜ਼ਨਸ ਸੰਭਾਲਿਆ ਅਤੇ ਕਈਆਂ ਦੇ ਲਈ ਇਹਨਾਂ ਨੇ ਇਹ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਹੈ. ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਐਪੀਸੋਡ ਪਸੰਦ ਆਇਆ ਹੋਵੇਗਾ. ਅੱਜ ਦੇ ਇਸ ਐਪੀਸੋਡ ਵਿੱਚ ਬਸ ਇੰਨਾ ਹੀ. ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ. ਵਧੇਰੇ ਜਾਣਕਾਰੀ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ YouTube ਚੈਨਲ, ਅਤੇ ਨਾਲ ਹੀ ਲਾਈਕ ਕਰੋ ਫੇਸਬੁੱਕ ਪੇਜ ਵੀ. ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ ਆਪਣੀ ਰਾਏ, ਅਤੇ ਨਾਲ ਹੀ ਉਹ ਮੁੱਦੇ ਜਿਨ੍ਹਾਂ 'ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇਹੱਦ ਮਾਇਨੇ ਰੱਖਦੀ ਹੈ. ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ, ਅਤੇ ਹੁਣ ਮੈਨੂੰ ਦਿਓ ਇਜਾਜ਼ਤ. ਧੰਨਵਾਦ.